ਪਿਆਰੇ ਵਿਦਿਆਰਥੀਓ, ਖਾਲਸਾ ਕਾਲਜ ਪਟਿਆਲਾ ਦੇ ਪੋਲੀਟੀਕਲ ਸਾਇੰਸ ਵਿਭਾਗ ਦੇ YouTube ਚੈਨਲ ਉੱਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਜਿਸ ਵਿਸ਼ੇ ਬਾਰੇ ਗੱਲ ਕਰਾਂਗੇ ਉਹ ਹੈ ਮੌਲਿਕ ਕਰਤੱਵ ਜਾਂ ਫੰਡਾਮੈਂਟਲ ਡਿਊਟੀਜ਼। ਜਦੋਂ ਅਸੀਂ ਫੰਡਾਮੈਂਟਲ ਡਿਊਟੀਜ਼ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਸੰਵਿਧਾਨਾਂ ਵਿੱਚ ਮੌਲਿਕ ਅਧਿਕਾਰ ਤੇ ਮੌਲਿਕ ਕਰਤੱਵ ਦੋਵੇਂ ਇਕੱਠੇ ਸ਼ਾਮਲ ਕੀਤੇ ਗਏ ਨੇ। ਬਟ ਜਦੋਂ ਅਸੀਂ ਭਾਰਤੀ ਸੰਵਿਧਾਨ ਦੀ ਗੱਲ ਕਰਦੇ ਹਾਂ ਤਾਂ ਜਦੋਂ ਸੰਵਿਧਾਨ ਦਾ ਨਿਰਮਾਣ ਹੋਇਆ ਤੇ 1950 ਦੇ ਵਿੱਚ ਸੰਵਿਧਾਨ ਜਿਹੜਾ ਸਾਡਾ ਉਹ ਲਾਗੂ ਹੋਇਆ, ਉਸ ਟਾਈਮ ਤੇ ਭਾਰਤੀ ਸੰਵਿਧਾਨ ਦੇ ਵਿੱਚ ਮੌਲਿਕ ਕਰਤੱਵਾਂ ਦੀ ਕੋਈ ਵਿਵਸਥਾ ਨਹੀਂ ਸੀ ਕੀਤੀ ਗਈ। ਫਿਰ ਉਸ ਤੋਂ ਬਾਅਦ 1976 ਦੇ ਵਿੱਚ ਸੰਵਿਧਾਨ ਦੀ ਜਿਹੜੀ 42nd ਅਮੈਂਡਮੈਂਟ ਹੋਈ, ਉਸ ਦੁਆਰਾ ਭਾਰਤੀ ਸੰਵਿਧਾਨ ਦੇ ਵਿੱਚ ਇੱਕ ਨਵਾਂ ਭਾਗ ਹੈ ਜਿਹੜਾ ਮੌਲਿਕ ਕਰਤੱਵਾਂ ਦਾ, ਉਹ ਸ਼ਾਮਲ ਕੀਤਾ ਗਿਆ, ਜਿਹਦੇ 'ਚ ਭਾਰਤੀ ਨਾਗਰਿਕਾਂ ਦੇ 10 ਪ੍ਰਕਾਰ ਦੇ ਮੌਲਿਕ ਕਰਤੱਵ ਦਰਜ ਕੀਤੇ ਗਏ। ਇਸ ਤੋਂ ਬਾਅਦ ਦਸੰਬਰ 2002 ਦੇ ਵਿੱਚ ਲਾਗੂ ਕੀਤੀ ਗਈ ਜਿਹੜੀ 86ਵੀਂ ਸੰਵਿਧਾਨਿਕ ਸੋਧ ਸੀ, ਇਹਦੇ 'ਚ ਇਹ ਵਿਵਸਥਾ ਕੀਤੀ ਗਈ ਕਿ ਹਰੇਕ ਮਾਤਾ ਪਿਤਾ ਜਾਂ ਜਿਹੜੇ ਬੱਚਿਆਂ ਦੇ ਸਰਪ੍ਰਸਤ ਨੇ, ਉਹਨਾਂ ਦਾ ਇਹ ਮੌਲਿਕ ਕਰਤੱਵ ਜਾਂ ਫੰਡਾਮੈਂਟਲ ਡਿਊਟੀ ਹੈ ਕਿ ਉਹ ਆਪਣੇ ਬੱਚਿਆਂ ਲਈ ਅਜਿਹੀਆਂ ਉਚਿਤ ਸਹੂਲਤਾਂ ਜਾਂ ਮੌਕੇ ਉਪਲਬਧ ਕਰਾਉਣ ਜੋ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਦੇ ਵਿੱਚ ਸਹਾਈ ਹੋਣ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵਰਤਮਾਨ ਸਮੇਂ ਭਾਰਤੀ ਸੰਵਿਧਾਨ ਦੇ ਵਿੱਚ ਮੌਲਿਕ ਕਰਤੱਵਾਂ ਦੀ ਗਿਣਤੀ 11 ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਸਾਡਾ ਸਭ ਤੋਂ ਪਹਿਲਾ ਜਿਹੜਾ ਸਾਡੀ ਸਭ ਤੋਂ ਪਹਿਲੀ ਜਿਹੜੀ ਫੰਡਾਮੈਂਟਲ ਡਿਊਟੀ ਹੈ ਉਹ ਹੈ ਕਿ ਸੰਵਿਧਾਨ ਦਾ ਪਾਲਣ, ਇਸ ਦੇ ਆਦਰਸ਼ਾਂ, ਸੰਸਥਾਵਾਂ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਸਨਮਾਨ ਕਰਨਾ। ਜਦੋਂ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ ਤਾਂ ਕੁਝ ਵਿਸ਼ੇਸ਼ ਆਦਰਸ਼ਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ, ਜਿਨ੍ਹਾਂ 'ਚ ਧਰਮ ਨਿਰਪੱਖਤਾ, ਲੋਕਤੰਤਰ, ਰਾਸ਼ਟਰੀ ਏਕਤਾ, ਰਾਸ਼ਟਰ ਦੀ ਏਕਤਾ ਤੇ ਅਖੰਡਤਾ ਜਾਂ ਰਾਸ਼ਟਰੀ ਪ੍ਰਭੂਸੱਤਾ, ਇਹ ਆਦਰਸ਼ ਨੇ ਜਿਹੜੇ ਇਹ ਸਾਹਮਣੇ ਰੱਖੇ ਗਏ। ਇਸ ਤੋਂ ਇਲਾਵਾ ਜਿਹੜੀਆਂ ਇਸ ਦੀਆਂ ਸੰਸਥਾਵਾਂ ਨੇ ਸੰਵਿਧਾਨ ਦੇ ਵਿੱਚ ਜਿਨ੍ਹਾਂ ਦੀ ਸਥਾਪਨਾ ਕੀਤੀ ਗਈ ਹੈ, ਰਾਸ਼ਟਰੀ ਝੰਡਾ, ਸਾਡਾ ਰਾਸ਼ਟਰੀ ਗੀਤ, ਤਾਂ ਸਾਡੀ ਇਹ ਸਭ ਤੋਂ ਪਹਿਲੀ ਮੌਲਿਕ ਡਿਊਟੀ ਹੈ ਜਿਹੜੀ, ਜਾਂ ਮੌਲਿਕ ਕਰਤੱਵ ਸਾਡਾ ਇਹ ਫਿਕਸ ਕੀਤਾ ਗਿਆ ਭਾਰਤੀ ਸੰਵਿਧਾਨ ਦੇ ਵਿੱਚ ਕਿ ਅਸੀਂ ਸੰਵਿਧਾਨ ਦਾ ਪਾਲਣ ਕਰੀਏ, ਇਸ ਦੇ ਸਾਰੇ ਆਦਰਸ਼ਾਂ ਦਾ, ਸੰਸਥਾਵਾਂ ਦਾ, ਰਾਸ਼ਟਰੀ ਗੀਤ ਅਤੇ ਰਾਸ਼ਟਰੀ ਝੰਡੇ ਦਾ ਸਨਮਾਨ ਕਰੀਏ। ਦੂਸਰਾ ਜਿਹੜਾ ਸਾਡਾ ਮੌਲਿਕ ਕਰਤੱਵ ਹੈ ਉਹ ਹੈ ਕਿ ਸੁਤੰਤਰਤਾ ਲਈ ਕੀਤੇ ਜਿਹੜਾ ਸਾਡਾ ਰਾਸ਼ਟਰੀ ਸੰਘਰਸ਼ ਸੀ, ਉਹਨੂੰ ਉਤਸ਼ਾਹਿਤ ਕਰਨ ਵਾਲੇ ਆਦਰਸ਼ਾਂ ਦਾ ਸਨਮਾਨ ਅਤੇ ਪਾਲਣਾ ਕਰਨਾ। ਤਾਂ ਭਾਰਤ ਦੀ ਜਿਹੜੀ ਸੁਤੰਤਰਤਾ ਪ੍ਰਾਪਤੀ ਦੇ ਲਈ ਇੱਕ ਲੰਮਾ ਸੰਘਰਸ਼ ਹੈ ਜਿਹੜਾ ਕੀਤਾ ਗਿਆ, ਜਿਹੜਾ ਕੁਝ ਵਿਸ਼ੇਸ਼ ਆਦਰਸ਼ਾਂ ਤੇ ਆਧਾਰਿਤ ਸੀ, ਜਿਹਦੇ 'ਚ ਅਹਿੰਸਾ, ਸੰਵਿਧਾਨਿਕ ਸਾਧਨਾਂ ਤੇ ਵਿਸ਼ਵਾਸ, ਆਪਸੀ ਭਾਈਚਾਰਾ, ਰਾਸ਼ਟਰੀ ਏਕਤਾ, ਇਹ ਅਜਿਹੇ ਆਦਰਸ਼ ਨੇ ਜਿਹੜੇ ਸਾਡੇ ਰਾਸ਼ਟਰੀ ਸੰਘਰਸ਼ ਦਾ ਹਿੱਸਾ ਰਹੇ ਨੇ। ਤੇ ਸਾਡੀ ਸੰਵਿਧਾਨ ਦੇ ਵਿੱਚ ਸਾਡਾ ਇਹ ਮੌਲਿਕ ਕਰਤੱਵ ਹੈ ਜਿਹੜਾ ਫਿਕਸ ਕੀਤਾ ਗਿਆ ਕਿ ਅਸੀਂ ਇਹਨਾਂ ਸਾਰੇ ਜਿਹੜੇ ਸਾਡੇ ਰਾਸ਼ਟਰੀ ਸੰਘਰਸ਼ ਨੂੰ ਉਤਸ਼ਾਹਿਤ ਕਰਨ ਵਾਲੇ ਆਦਰਸ਼ ਨੇ, ਇਹਨਾਂ ਦਾ ਸਨਮਾਨ ਕਰੀਏ ਤੇ ਇਹਨਾਂ ਦਾ ਪਾਲਣ ਕਰੀਏ। ਤੀਸਰਾ ਜਿਹੜਾ ਸਾਡਾ ਮੌਲਿਕ ਕਰਤੱਵ ਹੈ ਉਹ ਹੈ ਕਿ ਭਾਰਤ ਦੀ ਪ੍ਰਭੂਸੱਤਾ, ਏਕਤਾ, ਅਖੰਡਤਾ ਦਾ ਸਮਰਥਨ ਅਤੇ ਰੱਖਿਆ ਕਰਨੀ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਭਾਰਤ ਨੂੰ ਇੱਕ ਪ੍ਰਭੂਤਾਸ਼ਾਲੀ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਘੋਸ਼ਿਤ ਕੀਤਾ ਗਿਆ। ਤਾਂ ਲੋਕਾਂ ਨੂੰ ਪ੍ਰੇਰਨਾ ਦੇਣ ਦੇ ਲਈ ਮੌਲਿਕ ਕਰਤੱਵਾਂ ਵਾਲਾ ਜਿਹੜਾ ਸਾਡਾ ਚੈਪਟਰ ਹੈ ਉਹਦੇ 'ਚ ਇਹ ਦਰਜ ਕੀਤਾ ਗਿਆ ਕਿ ਹਰੇਕ ਭਾਰਤੀ ਨਾਗਰਿਕ ਦਾ ਇਹ ਕਰਤੱਵ ਹੈ ਕਿ ਉਹ ਭਾਰਤ ਦੀ ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਦਾ ਸਮਰਥਨ ਅਤੇ ਉਸਦੀ ਰੱਖਿਆ ਕਰੇ। ਨੈਕਸਟ ਸਾਡਾ ਜਿਹੜਾ ਮੌਲਿਕ ਕਰਤੱਵ ਹੈ ਉਹ ਹੈ ਦੇਸ਼ ਦੀ ਰੱਖਿਆ ਤੇ ਲੋੜ ਪੈਣ ਸਮੇਂ
ਰਾਸ਼ਟਰੀ ਸੇਵਾ ਕਰਨੀ। ਜਿਵੇਂ ਅਸੀਂ ਦੇਖਦੇ ਹਾਂ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ ਇੱਦਾਂ ਦੇ ਨੇ, ਇਹਨਾਂ ਦੇ ਵਿੱਚ ਹਰੇਕ ਯੋਗ ਨਾਗਰਿਕ ਦੇ ਲਈ ਦੇਸ਼ ਦੀ ਸੇਵਾ ਕੁਝ ਸਮੇਂ ਲਈ ਕਰਨੀ ਉਹ ਲਾਜ਼ਮੀ ਹੈ, ਪਰ ਸਾਡੇ ਦੇਸ਼ 'ਚ ਅਜਿਹੀ ਕੋਈ ਵਿਵਸਥਾ ਨਹੀਂ ਕੀਤੀ ਗਈ ਤੇ ਸ਼ਾਇਦ ਇਸੇ ਘਾਟ ਨੂੰ ਪੂਰਾ ਕਰਨ ਦੇ ਲਈ ਮੌਲਿਕ ਕਰਤੱਵਾਂ ਦੇ ਵਿੱਚ ਇਹ ਸ਼ਾਮਲ ਕੀਤਾ ਗਿਆ ਕਿ ਹਰੇਕ ਭਾਰਤੀ ਨਾਗਰਿਕ ਦਾ ਇਹ ਮੌਲਿਕ ਕਰਤੱਵ ਹੈ, ਫੰਡਾਮੈਂਟਲ ਡਿਊਟੀ ਹੈ ਕਿ ਉਹ ਦੇਸ਼ ਦੀ ਰੱਖਿਆ ਕਰੇ ਅਤੇ ਜਦੋਂ ਉਸਨੂੰ ਕਿਹਾ ਜਾਵੇ ਲੋੜ ਪੈਣ ਤੇ ਤਾਂ ਉਹ ਦੇਸ਼ ਦੀ ਸੇਵਾ ਕਰੇ। ਨੈਕਸਟ ਸਾਡਾ ਜੋ ਮੌਲਿਕ ਕਰਤੱਵ ਹੈ ਉਹ ਹੈ ਕਿ ਧਾਰਮਿਕ, ਭਾਸ਼ਾਈ ਜਾਂ ਖੇਤਰੀ ਜਾਂ ਵਰਗੀ ਭਿੰਨਤਾਵਾਂ ਤੋਂ ਉੱਪਰ ਉੱਠ ਕੇ ਭਾਰਤ ਦੇ ਸਾਰੇ ਲੋਕਾਂ ਵਿੱਚ ਮੇਲ ਮਿਲਾਪ ਅਤੇ ਸਾਂਝੇ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨਾ ਅਤੇ ਇਸਤਰੀਆਂ ਦੇ ਗੌਰਵ ਦੀ ਨਿਰਾਦਰੀ ਕਰਨ ਵਾਲੀਆਂ ਪ੍ਰਥਾਵਾਂ ਦਾ ਤਿਆਗ ਕਰਨਾ। ਇਸ ਮੌਲਿਕ ਕਰਤੱਵ ਦੇ ਵਿੱਚ ਸਾਡੀ ਇਹ ਡਿਊਟੀ ਹੈ ਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਵਰਗਾਂ ਦੇ ਲੋਕ ਨੇ ਜਿਹੜੇ ਉਹ ਵਸਦੇ ਨੇ, ਜਿਨ੍ਹਾਂ ਦੇ ਵਿੱਚ ਭਾਸ਼ਾਈ ਭਿੰਨਤਾ ਹੋ ਸਕਦੀ ਹੈ, ਖੇਤਰੀ ਹੋ ਸਕਦੀ ਹੈ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਭਿੰਨਤਾ ਜਿਹੜੀ ਉਹ ਹੋ ਸਕਦੀ ਹੈ। ਤਾਂ ਸਾਡੀ ਇਹ ਡਿਊਟੀ ਹੈ ਕਿ ਅਸੀਂ ਆਪਸ ਦੇ ਵਿੱਚ ਉਹ ਭਿੰਨਤਾਵਾਂ ਭੁੱਲ ਕੇ ਆਪਸ ਦੇ ਵਿੱਚ ਮਿਲ ਕੇ ਤੇ ਭਾਈਚਾਰੇ ਨਾਲ ਰਹੀਏ ਤੇ ਦੇਸ਼ 'ਚ ਕੋਈ ਵੀ ਇੱਦਾਂ ਦੀਆਂ ਜਿਹੜੀਆਂ ਪ੍ਰਥਾਵਾਂ ਵਿਕਸਿਤ ਹੋਈਆਂ ਨੇ ਜਿਨ੍ਹਾਂ 'ਚ ਇਸਤਰੀ ਜਾਤੀ ਦਾ ਨਿਰਾਦਰ ਆ ਜਿਹੜਾ ਕੀਤਾ ਜਾਂਦਾ, ਤਾਂ ਅਸੀਂ ਉਹਨਾਂ ਦਾ ਤਿਆਗ ਕਰੀਏ। ਨੈਕਸਟ ਸਾਡਾ ਜੋ ਮੌਲਿਕ ਕਰਤੱਵ ਹੈ ਉਹ ਹੈ ਸੰਯੁਕਤ ਸੱਭਿਆਚਾਰ ਦੇ ਸ਼ਾਨਦਾਰ ਵਿਰਸੇ ਦਾ ਆਦਰ ਕਰਨਾ ਅਤੇ ਇਸ ਨੂੰ ਕਾਇਮ ਰੱਖਣਾ। ਜਿਵੇਂ ਅਸੀਂ ਜਾਣਦੇ ਹਾਂ ਕਿ ਵਰਤਮਾਨ ਸਮੇਂ 'ਚ ਜਿਹੜੀ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਹੈ ਉਹ 'ਤੇ ਪੱਛਮੀ ਸੱਭਿਅਤਾ ਦਾ ਕੁਝ ਪ੍ਰਭਾਵ ਹੈ ਜਿਹੜਾ ਉਹ ਸਾਨੂੰ ਨਜ਼ਰ ਆਉਂਦਾ ਅਤੇ ਇਹਦੇ 'ਚ ਕਈ ਵਾਰੀ ਇਹ ਲੱਗਦਾ ਕਿ ਸਾਡੇ ਦੇਸ਼ ਦੇ ਨੌਜਵਾਨ ਨੇ ਜਿਹੜੇ ਉਹ ਆਪਣੇ ਦੇਸ਼ ਦਾ ਸੱਭਿਆਚਾਰ ਆ ਜਿਹੜਾ ਉਹਨੂੰ ਭੁੱਲ ਰਹੇ ਨੇ ਤੇ ਇਸੇ ਕਾਰਨ ਭਾਰਤ ਸਰਕਾਰ ਨੇ ਮੌਲਿਕ ਕਰਤੱਵਾਂ ਵਾਲੇ ਭਾਗ ਦੇ ਵਿੱਚ ਇਹ ਅੰਕਿਤ ਕੀਤਾ ਕਿ ਹਰੇਕ ਭਾਰਤੀ ਨਾਗਰਿਕ ਦਾ ਇਹ ਕਰਤੱਵ ਹੈ ਕਿ ਉਹ ਸੰਯੁਕਤ ਸੱਭਿਆਚਾਰ ਦਾ ਜਿਹੜਾ ਸਾਡਾ ਸ਼ਾਨਦਾਰ ਵਿਰਸਾ ਹੈ ਉਹਦਾ ਆਦਰ ਕਰੇ ਤੇ ਉਹਨੂੰ ਕਾਇਮ ਰੱਖੇ। ਨੈਕਸਟ ਹੈ ਕਿ ਜੰਗਲੀ ਝੀਲਾਂ, ਨਦੀਆਂ ਅਤੇ ਜੰਗਲੀ ਜੀਵਨ ਤੇ ਕੁਦਰਤੀ ਵਾਤਾਵਰਨ ਦੀ ਰੱਖਿਆ ਕਰਨੀ ਅਤੇ ਜੀਵ ਜੰਤੂਆਂ ਪ੍ਰਤੀ ਦਇਆ ਕਰਨੀ ਕਿ ਜਿਹੜੇ ਸਾਡੇ ਕੁਦਰਤੀ ਸੋਮੇ ਨੇ, ਕਿਉਂਕਿ ਕੁਦਰਤੀ ਸੋਮੇ ਕਿਸੇ ਵੀ ਦੇਸ਼ ਦੀ ਅਰਥ ਵਿਵਸਥਾ ਦੇ ਲਈ ਬਹੁਤ ਜ਼ਰੂਰੀ ਹੁੰਦੇ ਨੇ। ਤਾਂ ਇਸੇ ਕਾਰਨ ਸੰਵਿਧਾਨ ਦਾ ਜਿਹੜਾ ਮੌਲਿਕ ਕਰਤੱਵਾਂ ਵਾਲਾ ਭਾਗ ਹੈ ਉਹਦੇ 'ਚ ਵਿਵਸਥਾ ਕੀਤੀ ਗਈ ਹੈ ਕਿ ਹਰੇਕ ਭਾਰਤੀ ਨਾਗਰਿਕ ਦਾ ਇੱਕ ਕਰਤੱਵ ਹੈ ਜਾਂ ਡਿਊਟੀ ਹੈ ਕਿ ਉਹ ਦੇਸ਼ ਦੇ ਜਿਹੜੇ ਨੈਚੁਰਲ ਰਿਸੋਰਸ ਨੇ ਜਿਨ੍ਹਾਂ 'ਚ ਜੰਗਲ ਨੇ, ਝੀਲ ਨੇ, ਦਰਿਆ ਨੇ ਜਾਂ ਜੰਗਲੀ ਜੀਵਨ ਹੈ ਜਾਂ ਸਾਡਾ ਜੋ ਵਾਤਾਵਰਨ ਹੈ, ਅਸੀਂ ਸਾਰੇ ਨਾਗਰਿਕ ਉਸ ਦੀ ਰੱਖਿਆ ਕਰੀਏ। ਨੈਕਸਟ ਹੈ ਕਿ ਵਿਗਿਆਨਕ ਸੁਭਾਅ, ਮਾਨਵਵਾਦ ਅਤੇ ਜਾਂਚ ਕਰਨ ਤੇ ਸੁਧਾਰ ਕਰਨ ਦੀ ਭਾਵਨਾ ਵਿਕਸਿਤ ਕਰਨੀ। ਜਿਵੇਂ ਕਿ ਅਸੀਂ ਇਹ ਜਾਣਦੇ ਹਾਂ ਕਿ ਭਾਰਤੀ ਵਸੋਂ ਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਫਜ਼ੂਲ ਦੇ ਰਸਮ ਰਿਵਾਜ਼ਾਂ ਜਾਂ ਵਹਿਮਾਂ ਭਰਮਾਂ ਦਾ ਸ਼ਿਕਾਰ ਹੈ ਤੇ ਉਹਨਾਂ ਦੇ ਵਿੱਚ ਵਿਗਿਆਨਕ ਸੁਭਾਅ ਦੀ ਘਾਟ ਹੈ ਤੇ ਭਾਰਤੀ ਸਮਾਜ ਦਾ ਸੁਧਾਰ ਆ ਜਿਹੜਾ ਉਹ ਤਾਂ ਹੀ ਹੋ ਸਕਦਾ ਜੇਕਰ ਲੋਕ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਆਉਣ ਤੇ ਵਿਗਿਆਨਕ ਸੁਭਾਅ ਤੇ ਮਾਨਵਵਾਦ ਦੀ ਭਾਵਨਾ ਜਿਹੜੀ ਵਿਕਸਿਤ ਕਰਨ। ਇਸੇ ਕਾਰਨ ਇਸ ਮੌਲਿਕ ਕਰਤੱਵ ਨੂੰ ਵੀ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ। ਨੈਕਸਟ ਹੈ ਕਿ ਜਨਤਕ ਸੰਪੱਤੀ ਦੀ ਰੱਖਿਆ ਕਰਨੀ ਤੇ ਹਿੰਸਾ ਦਾ ਤਿਆਗ ਕਰਨਾ। ਜਿਵੇਂ ਅਸੀਂ ਰੋਜ਼ਾਨਾ ਲਾਈਫ ਦੇ ਵਿੱਚ ਦੇਖਦੇ ਹਾਂ ਭਾਰਤ ਦੇ ਵਿੱਚ ਕਿ ਅਨੇਕਾਂ ਸਮੂਹ ਜਾਂ ਵਿਅਕਤੀ ਨੇ ਜਿਹੜੇ ਆਪਣੇ ਹਿੱਤਾਂ ਦੀ ਪੂਰਤੀ ਦੇ ਲਈ ਜਾਂ ਆਪਣੇ ਮਨੋਰਥਾਂ ਦੀ ਪੂਰਤੀ ਦੇ ਲਈ ਹਿੰਸਕ ਕਾਰਵਾਈਆਂ ਨੇ ਜਿਹੜੀਆਂ ਉਹਨਾਂ ਦਾ ਸਹਾਰਾ ਲੈਂਦੇ ਨੇ ਤੇ ਜੋ ਇਹ ਜਿਹੜੀਆਂ ਹਿੰਸਕ ਕਾਰਵਾਈਆਂ ਹੁੰਦੀਆਂ ਨੇ ਇਹ ਦੇਸ਼ ਦੇ ਸ਼ਾਂਤਮਈ ਵਾਤਾਵਰਨ ਨੂੰ ਪ੍ਰਭਾਵਿਤ ਕਰਦੀਆਂ ਨੇ ਜਾਂ ਭੰਗ ਕਰਦੀਆਂ ਨੇ ਤੇ ਦੇਸ਼ ਨੂੰ ਤਰੱਕੀ ਦੇ ਰਸਤੇ ਤੇ ਜਾਣ ਤੋਂ ਰੋਕਦੀਆਂ ਨੇ। ਤੇ ਇਸੇ ਗੱਲ ਨੂੰ ਮਹਿਸੂਸ ਕਰਦੇ ਹੋਏ ਭਾਰਤ ਸਰਕਾਰ ਨੇ ਮੌਲਿਕ ਕਰਤੱਵਾਂ ਦਾ ਜਿਹੜਾ ਸਾਡਾ ਚੈਪਟਰ ਹੈ ਉਹਦੇ 'ਚ ਇਹ ਵਿਵਸਥਾ ਕੀਤੀ ਹੈ ਕਿ ਹਰੇਕ ਭਾਰਤੀ ਨਾਗਰਿਕ ਦਾ ਇਹ ਕਰਤੱਵ ਹੈ ਕਿ ਉਹ ਜਨਤਕ ਸੰਪੱਤੀ ਦੀ ਰੱਖਿਆ ਕਰੇ ਤੇ ਹਿੰਸਾ ਦਾ ਤਿਆਗ ਕਰੇ। ਸੈਕੰਡ ਲਾਸਟ ਜੋ ਸਾਡਾ ਮੌਲਿਕ ਕਰਤੱਵ ਹੈ ਉਹ ਹੈ ਕਿ ਵਿਅਕਤੀਗਤ ਅਤੇ ਸਮੂਹਿਕ ਗਤੀਵਿਧੀਆਂ ਦੇ ਹਰੇਕ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਦਾ ਯਤਨ ਕਰਨਾ ਤਾਂ ਜੋ ਰਾਸ਼ਟਰ ਪ੍ਰਾਪਤੀਆਂ ਦੇ ਉਚੇਰੇ ਪੱਧਰਾਂ ਵੱਲ ਨਿਰੰਤਰ ਵੱਧਦਾ ਰਹੇ। ਇਸ ਮੌਲਿਕ ਕਰਤੱਵ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਕੋਈ ਵੀ
ਦੇਸ਼ ਜਿਵੇਂ ਅਸੀਂ ਜਾਣਦੇ ਹਾਂ ਕਿ ਕੋਈ ਵੀ ਦੇਸ਼ ਹੈ ਜਿਹੜਾ ਉਹ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦੋਂ ਤੱਕ ਦੇਸ਼ ਦੇ ਲੋਕਾਂ ਦੇ ਵਿੱਚ ਉੱਚੇ ਆਦਰਸ਼ਾਂ ਨੂੰ ਪ੍ਰਾਪਤ ਕਰਨ ਦੀ ਲਗਨ ਨਾ ਹੋਵੇ। ਤੇ ਜੇ ਕੋਈ ਵਿਅਕਤੀ ਜਦੋਂ ਕੋਈ ਕੰਮ ਕਰਦਾ ਤਾਂ ਉਹ ਆਪਣਾ ਹਰੇਕ ਕੰਮ ਹੈ ਜਿਹੜਾ ਉਹ ਹਰੇਕ ਪੱਖ ਤੋਂ ਉੱਤਮ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹਨੂੰ ਕਰਨੀ ਚਾਹੀਦੀ ਹੈ, ਤਾਂ ਜੋ ਦੇਸ਼ ਦੇ ਜਿਹੜਾ ਨਿਰਮਾਣ ਹੈ ਉਹਦੇ 'ਚੋਂ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਸਕੇ। ਇਸੇ ਲਈ ਭਾਰਤੀ ਸੰਵਿਧਾਨ ਦੇ ਵਿੱਚ ਮੌਲਿਕ ਕਰਤੱਵਾਂ ਦੇ ਭਾਗ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਹਰੇਕ ਭਾਰਤੀ ਨਾਗਰਿਕ ਦਾ ਇਹ ਕਰਤੱਵ ਹੈ ਕਿ ਉਹ ਵਿਅਕਤੀਗਤ ਤੇ ਸਮੂਹਿਕ, ਬੇਸ਼ੱਕ ਉਹ ਨਿੱਜੀ ਕੰਮਾਂ ਦੇ ਨਾਲ ਸੰਬੰਧਿਤ ਹੋਵੇ ਜਾਂ ਸਮੂਹਿਕ ਰੂਪ ਦੀ ਕੋਈ ਐਕਟੀਵਿਟੀ ਹੋਵੇ, ਕਿ ਹਰੇਕ ਖੇਤਰ ਵਿੱਚ ਉੱਤਮਤਾ ਆਪਣਾ ਬੈਸਟ ਦੇਣ ਦਾ ਯਤਨ ਕਰੇ, ਤਾਂ ਜੋ ਦੇਸ਼ ਹੈ ਜਿਹੜਾ ਸਾਡਾ ਉਹ ਪ੍ਰਾਪਤੀ ਦੇ ਉਚੇਰੇ ਪੱਧਰਾਂ ਵੱਲ ਲਗਾਤਾਰ ਵੱਧਦਾ ਰਹੇ। ਤੇ ਲਾਸਟ ਦੇ ਵਿੱਚ ਜਿਹੜਾ ਸਾਡਾ ਮੌਲਿਕ ਕਰਤੱਵ ਹੈ ਉਹ ਜਿਵੇਂ ਆਪਾਂ ਪਹਿਲਾਂ ਕੀਤਾ ਸੀ ਇੰਟਰੋਡਕਸ਼ਨ ਦੇ ਵਿੱਚ, ਕਿ ਦਸੰਬਰ 2002 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਨੇ 86ਵੀਂ ਸੰਵਿਧਾਨਕ ਸੋਧ ਨੂੰ ਮਾਨਤਾ ਦਿੱਤੀ ਸੀ, ਜਿਹਦੇ 'ਚ ਇਹ ਵਿਵਸਥਾ ਕੀਤੀ ਗਈ ਸੀ ਕਿ ਇੱਕ ਕਰਤੱਵ ਸ਼ਾਮਲ ਕੀਤਾ ਗਿਆ ਭਾਰਤੀ ਸੰਵਿਧਾਨ ਦੇ ਵਿੱਚ ਕਿ ਮਾਤਾ ਪਿਤਾ ਨੇ ਜਿਹੜੇ ਜਾਂ ਸਰਪ੍ਰਸਤ ਨੇ ਬੱਚਿਆਂ ਦੇ, ਉਹ ਬੱਚਿਆਂ ਦੀ ਸਿੱਖਿਆ ਦੇ ਲਈ ਮੌਕੇ ਉਪਲਬਧ ਕਰਾਉਣ ਜਾਂ ਇੱਦਾਂ ਦਾ ਮਾਹੌਲ ਉਪਲਬਧ ਕਰਾਉਣ ਕਿ ਬੱਚੇ ਐਜੂਕੇਟ ਹੋ ਸਕਣ। ਉਹਨਾਂ ਨੂੰ ਬੱਚਿਆਂ ਨੂੰ ਜਿਹੜੀਆਂ ਉਹਨਾਂ ਦੀਆਂ ਉਚਿਤ ਸਹੂਲਤਾਂ ਨੇ ਜਾਂ ਅਵਸਰ ਨੇ, ਮੌਕੇ ਨੇ, ਉਹ ਮਿਲਣੇ ਚਾਹੀਦੇ ਨੇ, ਜਾਂ ਪੇਰੈਂਟਸ ਵੱਲੋਂ ਜਾਂ ਜਿਹੜੇ ਉਹਨਾਂ ਦੇ ਗਾਰਡੀਅਨ ਨੇ ਉਹਨਾਂ ਵੱਲੋਂ ਪ੍ਰੋਵਾਈਡ ਹੋਣੇ ਚਾਹੀਦੇ ਨੇ, ਤਾਂ ਜੋ ਬੱਚੇ ਵੱਧ ਤੋਂ ਵੱਧ ਐਜੂਕੇਸ਼ਨ ਹੈ ਜਿਹੜੀ ਉਹ ਪ੍ਰਾਪਤ ਕਰ ਸਕਣ। ਇਹ ਸੀ ਮੌਲਿਕ ਕਰਤੱਵ ਜੋ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੇ ਗਏ ਨੇ। ਅੱਜ ਲਈ ਇੰਨਾ ਹੀ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।